हाँ जी स्टूडेंट्स, ਅੱਜ ਆਪਾਂ ਪ੍ਰਾਈਡ ਐਂਡ ਪ੍ਰੈਜੁਡਿਸ ਦੇ ਵਿੱਚੋਂ ਜਾਰਜ ਵਿਕਮ ਦਾ ਕਰੈਕਟਰ ਸਕੈਚ ਕਰ ਰਹੇ ਹਾਂ। ਜਿਸ ਤਰ੍ਹਾਂ ਇਸ ਨਾਵਲ ਦੇ ਵਿੱਚ ਮਿਸਟਰ ਡਾਰਸੀ ਹੀਰੋ ਹੈ ਔਰ ਐਲਿਜ਼ਾਬੈਥ ਆਪਣੇ ਨਾਵਲ ਦੀ ਹੀਰੋਇਨ ਹੈ, ਤਾਂ ਇਸ ਤਰ੍ਹਾਂ ਹੀ ਜੋ ਜਾਰਜ ਵਿਕਮ ਹੈ ਉਹ ਇਸ ਨਾਵਲ ਦਾ ਵਿਲਨ ਹੈ, ਵਿਲਨ ਦਾ ਰੋਲ ਅਦਾ ਕਰਦਾ ਹੈ। ਵਿਕਮ ਇਜ਼ ਦ ਵਿਲਨ ਆਫ ਦ ਪੀਸ ਇਨ ਪ੍ਰਾਈਡ ਐਂਡ ਪ੍ਰੈਜੁਡਿਸ। ਔਰ ਇਸ ਨਾਵਲ ਦੇ ਵਿੱਚ ਪ੍ਰਾਈਡ ਐਂਡ ਪ੍ਰੈਜੁਡਿਸ ਦੇ ਵਿੱਚ ਜੋ ਜਾਰਜ ਵਿਕਮ ਹੈ ਇੱਕ ਵਿਲਨ ਦਾ ਰੋਲ ਅਦਾ ਕਰ ਰਿਹਾ ਹੈ। To all appearances, he is handsome, sophisticated, well-mannered, having university education. अगर आप उस पर्सन की अपीयरेंस की गल करिए, फिजिकली अपीयरेंस जो हैगी है, बड़ा हैंडसम है, स्मार्ट है, सोफिस्टिकेटेड है, बड़ा सॉफ्टली बोलता है और जोड़े मैनर्स ने बहुत ज़्यादा अच्छे ने और नाल उन्हें यूनिवर्सिटी के विचों एजुकेशन भी गेन की हुई है। He is the case of a goodly apple rotten at the core। ਤਾਂ ਆਪਾਂ ਉਹਨੂੰ ਰੋਟਨ ਐਪਲ ਵੀ ਕਹਿ ਸਕਦੇ ਹਾਂ। ਜਿਸ ਤਰ੍ਹਾਂ ਆਪਾਂ ਕੋਈ ਐਪਲ ਦੇਖਦੇ ਹਾਂ ਜਿਹੜਾ ਕਿ ਉੱਪਰੋਂ ਬੜਾ ਸੋਹਣਾ ਲੱਗਦਾ ਕਿ ਬੜਾ ਡਿਲੀਸ਼ੀਅਸ ਹੋਏਗਾ, ਬਟ ਜਦੋਂ ਉਸ ਐਪਲ ਨੂੰ ਕੱਟਿਆ ਜਾਂਦਾ ਹੈ ਤਾਂ ਵਿੱਚ ਉਹ ਰੋਟਨ ਨਿਕਲਦਾ, ਵਿੱਚ ਉਹ ਖਰਾਬ ਨਿਕਲਦਾ, ਗਲਿਆ ਹੋਇਆ ਨਿਕਲਦਾ। ਤਾਂ ਇਹੀ ਕੇਸ ਜਾਰਜ ਵਿਕਮ ਦਾ ਕਿ ਬਾਹਰੋਂ ਦੇਖਣ ਦੇ ਵਿੱਚ ਬੜਾ ਵੈਲ ਮੈਨਰਡ ਲੱਗਦਾ, ਸੋਫਿਸਟੀਕੇਟਡ ਲੱਗਦਾ, ਬੜਾ ਸਮਾਰਟ ਲੱਗਦਾ, ਬਟ ਐਕਚੁਅਲੀ ਦਿਲ ਤੋਂ ਅੰਦਰ ਤੋਂ ਉਹ ਵਾਲਾ ਪਰਸਨ ਬਹੁਤ ਬੁਰਾ ਹੈ। ਵਿਕਮ ਇਜ਼ ਅ ਸਨ ਆਫ ਅ ਮੈਨ ਹੂ ਸੁਪਰਵਾਈਜ਼ ਅ ਪੈਂਬਰਲੇ estate। The elder Mr. Darcy gave liberal patronage to Wickham in his early days. He supported him at school and afterward at Cambridge. He also made the provision of a family living for Mr. Wickham। हाँ जी, हुण आपां अगर विकम की फैमिली की गल करिए तो विकम एक इस तरह के परसन का बेटा हैगा जिहड़ा कि पैंबरले एस्टेट का सुपरवाइज सीगा। पैंबरले एस्टेट का मालक हैगा मिस्टर डार्सी, बट उस तो पहला जो एल्डर मिस्टर डार्सी सी, मीनस कि जो मिस्टर डार्सी का फादर सी, उन्हें विकम के लिए बहुत कुछ किया सी। उन्होंने बचपन तो ही उहदी बड़ी केयर की, ਉਹਦੀ ਸਕੂਲਿੰਗ ਦਾ ਖਰਚਾ ਦਿੱਤਾ। ਉਸ ਤੋਂ ਬਾਅਦ ਉਹਨੂੰ ਕੈਂਬਰਿਜ ਯੂਨੀਵਰਸਿਟੀ ਭੇਜਿਆ, ਉੱਥੋਂ ਸਾਰਾ ਉਹਨੇ ਖਰਚਾ ਖੁਦ ਉਠਾਇਆ। ਉਸ ਤੋਂ ਬਾਅਦ ਈਵਨ ਕਿ ਮਿਸਟਰ ਵਿਕਮ ਨੂੰ ਇੱਕ ਪਰਮਾਨੈਂਟ ਇਨਕਮ ਵੀ ਲਗਾਈ ਗਈ ਉਹਦੀ ਲਿਵਿੰਗ ਦੇ ਲਈ। ਹਾਊਐਵਰ ਵਿਕਮ ਡਿਸਾਈਡਡ ਅਗੇਂਸਟ ਟੇਕਿੰਗ ਆਰਡਰਸ ਐਂਡ ਰਿਜ਼ਾਈਨ ਆਲ ਕਲੇਮ ਟੂ ਅਸਿਸਟੈਂਸ ਇਨ ਦ ਚਰਚ ਇਨ ਰਿਟਰਨ ਫॉर 3000 ਪਾਉਂਡਸ। ਬਟ ਮਿਸਟਰ ਵਿਕਮ ਨੇ ਕੀ ਕੀਤਾ, ਇਸ ਡਿਸੀਜ਼ਨ ਦੇ ਅਗੇਂਸਟ ਆਰਡਰਸ ਲਈ ਔਰ ਜੋ ਉਹ ਚਰਚ ਦੇ ਵਿੱਚ ਅਸਿਸਟੈਂਸ ਦਿੰਦਾ ਸੀ ਉਸ ਉਹਨੇ पोजीशन तो रिज़ाइन करता और बदले ਵਿੱਚ ਉਹਨੇ 3000 ਪਾਉਂਡਸ ਲੈ ਲਏ। ਮੀਨਸ ਕਿ ਇਸ ਤੋਂ ਆਪਾਂ ਕੀ ਸੋਚ ਸਕਦੇ ਹਾਂ ਕਿ ਜੋ ਮਿਸਟਰ ਵਿਕਮ ਸੀ ਬੜਾ ਮਨੀ ਮਾਈਂਡਡ ਜਿਹਾ ਪਰਸਨ ਸੀਗਾ। ਹੀ ਸੂਨ ਸਪੈਂਟ ਆਲ ਹਿਜ਼ ਮਨੀ ਐਂਡ ਸੈਟਲ ਡਾਊਨ ਫॉर ਅ ਲਾਈਫ ਆਫ ਆਈਡਲਨੈਸ। ਤਾਂ ਜਲਦੀ ਹੀ ਉਹਨੇ ਜਿਹੜਾ ਸਾਰਾ ਪੈਸਾ ਸੀ ਉਹ ਖਰਚ ਕਰਤਾ ਔਰ ਆਈਡਲਨੈਸ ਵਾਲੀ ਲਾਈਫ ਸਪੈਂਡ ਕਰਨ ਲੱਗਿਆ, ਬਿਲਕੁਲ ਵਿਹਲਾ ਹੋ ਗਿਆ। When the living in the church meant for him fell vacant, he immediately wrote to Darcy that he had now decided to ordain and would like to get this living. But Darcy refused to comply with his request. This made Wickham angry and he started abusing Darcy. ਜਦੋਂ ਵਿਕਮ ਨੂੰ ਲੱਗਿਆ ਕਿ ਜੋ ਚਰਚ ਤੋਂ ਰਿਜ਼ਾਈਨ ਕਰਕੇ ਕਿ ਜਿਹੜੀ ਲਾਈਫ ਹੈ ਬੜੀ ਵੇਕੈਂਟ ਹੋ ਗਈ ਹੈ, ਬੜੀ ਵਿਹਲੀ ਹੋ ਗਈ ਹੈ, ਤਾਂ ਉਹਨੇ ਮਿਸਟਰ ਡਾਰਸੀ ਨੂੰ ਇੱਕ ਲੈਟਰ ਭੇਜਿਆ ਕਿ ਉਹ ਪਹਿਲਾਂ ਵਾਂਗੂ ਇੱਕ ਲਿਵਿੰਗ ਚਾਹੁੰਦਾ, ਇੱਕ ਪਰਮਾਨੈਂਟ ਇਨਕਮ ਚਾਹੀਦੀ ਹੈ ਉਹਨੂੰ ਡਾਰਸੀ ਫੈਮਿਲੀ ਤੋਂ। ਤਾਂ ਇਸ ਗੱਲ ਲਈ ਮਿਸਟਰ ਡਾਰਸੀ ਨੇ ਮਨਾ ਕਰਤਾ, ਜਿਸ ਕਰਕੇ ਵਿਕਮ ਡਾਰਸੀ 'ਤੇ ਗੁੱਸਾ ਹੋਇਆ ਔਰ ਉਹਨੇ ਡਾਰਸੀ ਨੂੰ ਅਬਿਊਜ਼ ਕਰਨਾ ਸ਼ੁਰੂ ਕਰ ਦਿੱਤਾ, ਉਹਦੇ ਲਈ ਨੈਗੇਟਿਵ ਬੋਲਣਾ ਸ਼ੁਰੂ ਕਰਤਾ। ਹੀ is not only villainous but also an intriguer. Having been offended with Darcy, he plans to disgrace him with the help of Mrs. Young, the governess of Darcy's sister Georgiana. Darcy and her heiress to 30,000 pounds. He tries to run away with her. Fortunately, Darcy gets a timely intimation and prevents the elopement. हाँ जी, कल्ला वो विलेन ही नहीं सी, बट एक बहुत एक प्लानर भी सी जिन्हें डार्सी के अगेंस्ट काफ़ी प्लैनिंग्स कीतियां और
ਉਹਨੇ ਕੀ ਕੀਤਾ, ਮਿਸਟਰ ਡਾਰਸੀ ਨੂੰ ਅਫੈਂਡ ਕਰਨਾ ਸ਼ੁਰੂ ਕਰਤਾ, ਬੁਰਾ ਭਲਾ ਉਹਦੇ ਅਗੇਂਸਟ ਬੋਲਣਾ ਸ਼ੁਰੂ ਕਰਤਾ। ਉਹਨੇ ਇੱਕ ਪਲੈਨਿੰਗ ਬਣਾਈ ਕਿ ਕਿਉਂ ਨਾ ਡਾਰਸੀ ਦੀ ਇਨਸਲਟ ਕਰਵਾਈ ਜਾਏ। ਤਾਂ ਉਹਨੇ ਕੀ ਕੀਤਾ, ਮਿਸਿਸ ਯੰਗ ਜਿਹੜੀ ਕਿ ਡਾਰਸੀ ਦੀ ਸਿਸਟਰ ਦੀ ਗਵਰਨੈਸ ਸੀ ਜਾਰਜੀਆਨਾ ਦੀ, ਸੋ ਮਿਸਟਰ ਡਾਰਸੀ ਦੀ ਸਿਸਟਰ ਦਾ ਨੇਮ ਸੀਗਾ ਜਾਰਜੀਆਨਾ, ਜਿਹੜੀ ਕਿ 30,000 ਪਾਉਂਡਸ ਦੀ ਮਾਲਕ ਸੀ। ਤਾਂ ਉਹਨੇ ਕੋਸ਼ਿਸ਼ ਕੀਤੀ ਉਸ ਨੂੰ ਘਰੋਂ ਭਜਾਉਣ ਦੇ ਲਈ, ਬਟ ਫੋਰਚੂਨੇਟਲੀ ਡਾਰਸੀ ਨੂੰ ਇਹ ਸਾਰੀ ਗੱਲ ਦਾ ਟਾਈਮਲੀ ਪਤਾ ਲੱਗ ਗਿਆ ਔਰ ਉਹਨੇ ਇਸ ਇਲੋਪਮੈਂਟ ਨੂੰ ਪ੍ਰੀਵੈਂਟ ਕਰ ਲਿਆ। ਇਲੋਪਮੈਂਟ ਮਤਲਬ ਘਰੋਂ ਭੱਜ ਜਾਣਾ। ਤਾਂ ਮਿਸਟਰ ਡਾਰਸੀ ਦੀ ਸਿਸਟਰ ਔਰ ਵਿਕਮ ਦੋਨੋਂ ਘਰੋਂ ਭੱਜਣਾ ਚਾਹੁੰਦੇ ਸੀ। ਮਿਸਟਰ ਡਾਰਸੀ ਨੇ ਜਾਰਜੀਆਨਾ ਨੂੰ ਦਾ ਬ੍ਰੇਨ ਵਾਸ਼ ਕੀਤਾ, ਕਿਉਂਕਿ ਉਹਦੇ ਕੋਲ ਪੈਸਾ ਸੀ, 3000 ਪਾਉਂਡਸ ਦੀ ਮਾਲਕ ਸੀ, ਕਿਉਂਕਿ ਮਨੀ ਮਾਈਂਡਡ ਤਾਂ ਹੈਗਾ ਹੀ ਹੈ, ਗਰੀਡੀ ਵੀ ਹੈ। ਬਟ ਇਸ ਗੱਲ ਤੇ ਜਦੋਂ ਮਿਸਟਰ ਡਾਰਸੀ ਨੂੰ ਪਤਾ ਲੱਗਿਆ ਤਾਂ ਉਹਨੇ ਇਸ ਗੱਲ ਲਈ ਰੋਕ ਲਿਆ ਉਸਨੂੰ। ਵਿਕਮ ਨੈਕਸਟ ਯੂਜ਼ਸ ਐਲਿਜ਼ਾਬੈਥ ਟੂ ਬਲੈਕਨ ਡਾਰਸੀਜ਼ ਕਰੈਕਟਰ। ਤਾਂ ਉਸ ਤੋਂ ਬਾਅਦ ਵਿਕਮ ਨੂੰ ਇੱਕ ਹੋਰ ਚਾਂਸ ਮਿਲਿਆ ਡਾਰਸੀ ਦੇ ਅਗੇਂਸਟ ਬੋਲਣ ਦਾ, ਤਾਂ ਇਸ ਗੱਲ ਲਈ ਉਹਨੇ ਐਲਿਜ਼ਾਬੈਥ ਨੂੰ ਯੂਜ਼ ਕੀਤਾ। Elizabeth is highly impressed by Wickham's lifestyle and polished manner that she begins to flirt with him. ਜਦੋਂ ਐਲਿਜ਼ਾਬੈਥ ਵਿਕਮ ਨੂੰ ਮਿਲੀ ਤਾਂ ਉਹਦੇ ਮੈਨਰਸ ਤੋਂ, ਉਹਦੇ ਲਾਈਫ ਸਟਾਈਲ ਤੋਂ ਬੜੀ ਇੰਪ੍ਰੈਸ ਹੋ ਗਈ। ਸੋ ਉਹਨੇ ਵਿਕਮ ਦੇ ਨਾਲ ਫਲਰਟ ਕਰਨਾ ਸਟਾਰਟ ਕਰਤਾ। He exploits to the full Elizabeth's prejudice against the proud Darcy. He even spread falsehoods about Darcy. ਤਾਂ ਜਦੋਂ ਵਿਕਮ ਨੂੰ ਪਤਾ ਲੱਗਿਆ ਕਿ ਐਲਿਜ਼ਾਬੈਥ ਆਲਰੇਡੀ ਉਹਦੇ ਲਈ ਪ੍ਰੈਜੂਡਿਸ ਫੀਲ ਕਰਦੀ ਹੈ, ਤਾਂ ਉਸ ਪ੍ਰੈਜੂਡਿਸ ਨੂੰ ਵਿਕਮ ਨੇ ਹੋਰ ਜ਼ਿਆਦਾ ਸਟਰੋਂਗ ਕਰਤਾ ਔਰ ਡਾਰਸੀ ਬਾਰੇ ਝੂਠੀਆਂ ਕਹਾਣੀਆਂ ਫੈਲਾਉਣੀਆਂ ਸ਼ੁਰੂ ਕੀਤੀਆਂ। ਐਲਿਜ਼ਾਬੈਥ ਈਜ਼ੀਲੀ ਬਿਲੀਵਸ ਆਲ ਦੈਟ ਇਜ਼ ਸਪੋਕਨ ਬਾਈ ਹਿਮ, ਔਰ ਐਲਿਜ਼ਾਬੈਥ ਨੇ ਬੜੀ ਜਲਦੀ ਉਹਨਾਂ ਗੱਲਾਂ 'ਤੇ ਵਿਸ਼ਵਾਸ ਵੀ ਕਰ ਲਿਆ। ਈਵਨ ਹੀ ਅਨਾਊਂਸਿਸ ਹਿਜ਼ ਐਂਗੇਜਮੈਂਟ ਟੂ ਮਿਸ ਕਿੰਗ whose dowry is pounds 10,000. Elizabeth doesn't scold him, but this engagement does not fructify and Miss King leaves the neighborhood. Even ਕਿ ਵਿਕਮ ਨੇ ਇਸ ਗੱਲ ਨੂੰ ਵੀ ਅਨਾਊਂਸ ਕੀਤਾ ਕਿ ਉਸਦੀ ਅੰਗੇਜਮੈਂਟ ਮਿਸ ਕਿੰਗ ਦੇ ਨਾਲ ਹੋਣ ਵਾਲੀ ਹੈ, ਜਿਹੜੀ ਕਿ 10,000 ਪਾਉਂਡ ਦੀ ਮਾਲਕ ਹੈ, ਜਿਹਨੂੰ ਦਾਜ ਦੇ ਵਿੱਚ 10,000 ਪਾਉਂਡ ਮਿਲੇਗਾ। ਤਾਂ ਐਲਿਜ਼ਾਬੈਥ ਇਸ ਗੱਲ ਦੇ ਉੱਪਰ ਗੁੱਸਾ ਨਹੀਂ ਹੋਈ, ਬਟ ਇਹ ਅੰਗੇਜਮੈਂਟ ਨਹੀਂ ਹੋ ਪਾਈ ਕਿਉਂਕਿ ਮਿਸ ਕਿੰਗ ਨੇਬਰਹੁੱਡ ਛੱਡ ਕੇ ਚਲੀ ਗਈ ਸੀ। ਵਿਕਮਸ ਨੈਕਸਟ ਵਿਕਟਮ ਇਜ਼ ਲਾਈਡੀਆ। ਤਾਂ ਵਿਕਮ ਦਾ ਅਗਲਾ ਸ਼ਿਕਾਰ ਲਾਈਡੀਆ ਬਣੀ। ਲਾਈਡੀਆ ਹੈਜ਼ ਨੋ ਮਨੀ, ਉਸ ਕੋਲ ਕੋਈ ਪੈਸਾ ਨਹੀਂ ਸੀ। ਵਿਕਮ ਹੈਜ਼ ਨੋ ਇੰਟੈਂਸ਼ਨ ਟੂ ਮੈਰੀ ਹਰ। ਲਾਈਡੀਆ ਹੈਜ਼ ਨੀਦਰ ਬਿਊਟੀ ਨੌਰ ਬ੍ਰੇਨਸ ਨੌਰ ਮਨੀ। ਵਿਕਮ ਦੀ ਕੋਈ ਇਸ ਤਰ੍ਹਾਂ ਦੀ ਇੰਟੈਂਸ਼ਨ ਨਹੀਂ ਸੀ ਕਿ ਉਹਦੇ ਨਾਲ ਮੈਰਿਜ ਕਰਵਾਏ, ਕਿਉਂਕਿ ਲਾਈਡੀਆ ਕੋਲ ਨਾ ਬਿਊਟੀ ਸੀ, ਨਾ ਦਿਮਾਗ ਸੀ, ਨਾ ਪੈਸਾ ਸੀ। ਇਟ ਇਜ਼ ਡਿਫੀਕਲਟ ਟੂ ਅੰਡਰਸਟੈਂਡ ਵਿਕਮਸ ਮੋਟਿਵ ਇਨ ਅਲੋਪਿੰਗ ਵਿਦ ਹਰ। ਸੋ ਇਸ ਗੱਲ ਨੂੰ ਸਮਝਣਾ ਮੁਸ਼ਕਿਲ ਸੀ ਕਿ ਰੀਜ਼ਨ ਕੀ ਸੀਗਾ ਵਿਕਮ ਦਾ ਲਾਈਡੀਆ ਨੂੰ ਘਰੋਂ ਭਜਾਉਣ ਦਾ। ਪਰਹੈਪਸ ਹੀ ਵਾਂਟਡ ਟੂ ਐਕਸਟੋਰਟ ਮਨੀ ਫਰੋਮ ਮਿਸਟਰ ਬੈਨਟ। ਸ਼ਾਇਦ ਉਹ ਮਿਸਟਰ ਬੈਨਟ ਤੋਂ ਪੈਸੇ ਚਾਹੁੰਦਾ ਸੀ। ਡਾਰਸੀਜ਼ ਇੰਟਰਵੈਂਸ਼ਨ ਐਂਡ persuasion saves the Bennet family from disgrace at the hands of this villain. But ਡਾਰਸੀ ਦਾ ਜਿਹੜਾ ਦਿਮਾਗ ਸੀ ਜਾਂ ਉਹਦੀ ਹੈਲਪ ਸੀ, ਉਹਨੇ ਇਸ ਫੈਮਿਲੀ ਨੂੰ ਡਿਸਗ੍ਰੇਸ ਤੋਂ ਬਚਾ ਲਿਆ ਸੀ। ਡਾਰਸੀ agrees to pay off all the debt of Wickham and the later in return in pursuit to marry Lydia. ਉਹਨੇ ਡਾਰਸੀ ਲਈ ਜਿਸ ਦੇ ਉੱਪਰ ਜੋ ਵੀ ਟੈਕਸ ਸੀਗੇ, ਜੋ ਕਰਜ਼ੇ ਸੀ, ਉਹਨਾਂ ਨੂੰ ਖੁਦ ਪੇ ਕੀਤਾ ਔਰ ਲਾਈਡੀਆ ਨਾਲ ਉਹਨੂੰ ਮੈਰਿਜ ਦੇ ਲਈ ਪਰਸਿਊਟ ਕਰ ਲਿਆ। His conduct in this episode brings out the extreme selfishness and his utter lack of principles. ਤਾਂ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਜੋ ਵਿਕਮ ਹੈ ਕਿੰਨਾ ਜ਼ਿਆਦਾ ਮਨੀ ਮਾਈਂਡਡ ਹੈ, ਕਿੰਨਾ ਉਸਦੇ ਅੰਦਰ ਕੋਈ ਵੀ ਅਸੂਲ ਨਹੀਂ ਹੈ, ਕੋਈ ਉਹਦੇ ਪ੍ਰਿੰਸੀਪਲਸ ਨਹੀਂ ਹੈਗੇ, ਕਿੰਨਾ ਜ਼ਿਆਦਾ ਉਹ ਸੈਲਫਿਸ਼ ਹੈ। ਹਿਜ਼ ਮੈਨਰਸ ਆਰ ਆਲਵੇਜ਼ ਪਲੀਜ਼ਿੰਗ, ਬਟ ਜਿਹੜੇ ਉਹਦੇ ਮੈਨਰਸ ਨੇ ਹਮੇਸ਼ਾ ਖੁਸ਼ ਕਰਨ ਵਾਲੇ ਨੇ। The fact that he has run away with Lydia and Darcy has paid off the debt leaves him unruffled. His smiles make Elizabeth and Jane blush. Mr. Bennet feels proud of him as a son-in-law. So, ਜੋ ਮਿਸਟਰ ਵਿਕਮ ਹੈ ਜਦੋਂ ਲਾਈਡੀਆ ਨਾਲ ਘਰੋਂ ਲੋਪ ਹੋ ਜਾਂਦਾ ਹੈ ਤਾਂ ਡਾਰਸੀ ਦੇ ਜਿਹੜੇ ਸਾਰੇ ਡੈਟ ਨੇ, ਕਰਜ਼ੇ ਨੇ, ਉਹ ਸਾਰੇ ਖੁਦ ਪੇ ਕਰਦਾ ਹੈ। ਤਾਂ ਮਿਸਟਰ ਵਿਕਮ ਹਮੇਸ਼ਾ ਐਲਿਜ਼ਾਬੈਥ ਔਰ ਜੇਨ ਨੂੰ ਆਪਣੀਆਂ ਸਮਾਈਲਸ ਦੇ ਨਾਲ ਖੁਸ਼ ਕਰਦਾ ਰਹਿੰਦਾ ਹੈ ਔਰ ਬੜਾ ਪ੍ਰਾਊਡ ਫੀਲ ਕਰਦਾ ਹੈ। ਔਰ ਮਿਸਟਰ ਬੈਨਟ ਬੜਾ ਪ੍ਰਾਊਡ ਫੀਲ ਕਰ ਰਿਹਾ ਹੈ
ਕਿਉਂਕਿ ਉਹਨੂੰ ਵਿਕਮ ਐਜ਼ ਅ ਸਨ ਇਨ ਲਾਅ ਮਿਲਿਆ। He has an important role in the novel by talking ill against Darcy. He increased Elizabeth's prejudice against the latter। और मिस्टर विकम नावल ਵਿੱਚ बड़ा इंपॉर्टेंट रोल अदा करता है क्योंकि ਉਹ ਐਲਿਜ਼ਾਬੈਥ ਦੇ ਕੋਲ ਡਾਰਸੀ ਦੇ ਅਗੇਂਸਟ ਬਹੁਤ ਕੁਝ ਬੋਲਦਾ ਹੈ, ਜਿਹਦੇ ਕਰਕੇ ਪ੍ਰੈਜੁਡਿਸ ਜੋ ਐਲਿਜ਼ਾਬੈਥ ਦੇ ਦਿਲ ਦੇ ਵਿੱਚ ਡਾਰਸੀ ਨੂੰ ਲੈ ਕੇ ਉਹ ਹੋਰ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ। ਟੂਵਰਡਸ the end of the novel, Darcy's generosity and good nature is revealed because of Wickham's improper conduct, but finally ਮਿਸਟਰ ਡਾਰਸੀ ਦੇ ਅੰਦਰ ਜੋ ਜੈਨਰਸਿਟੀ ਹੁੰਦੀ ਹੈ, ਜੋ ਕਾਇੰਡਨੈਸ ਹੁੰਦੀ ਹੈ, ਜੋ ਉਹਦੀ ਅੱਛੀ ਨੇਚਰ ਹੈ, ਉਹ ਰਿਵੀਲ ਹੋ ਜਾਂਦੀ ਹੈ, ਸਾਰਿਆਂ ਦੇ ਸਾਹਮਣੇ ਆ ਜਾਂਦੀ ਹੈ। ਉਹਦਾ ਕਾਰਨ ਸਿਰਫ ਵਿਕਮ ਦਾ ਇੰਪਰੋਪਰ ਕੰਡਕਟ ਹੁੰਦਾ ਹੈ। ਥੈਂਕ ਯੂ ਜੀ।